जो कुछ तुहानू अच्छा है ना बनती तो गुरु के अगे अरदास करना जो साडा गुरु धन गुरु ग्रंथ साहिब गुरु साहब नासा की लाइब्रेरी सारे पढ़े लिखे भी बैठे हो नासा की लाइब्रेरी के दुनिया के तमाम धर्म ग्रंथ पए पर सब तो टाप की मंजिल के साडे सिखां दे गुरु तो सारे जगत दे पर ਜਿਹੜੇ ਮੂਰਖ ਲੋਕ ਨਹੀਂ ਨਾ ਸਮਝਦੇ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਹੈਗਾ ਉਹਨਾਂ ਵਾਸਤੇ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੇ ਸਾਰੇ ਵਾਸਤੇ ਕੰਜਰੇ ਖੱਤੇ ਬ੍ਰਾਹਮਣ ਸੂਦ ਵੈਸ ਉਪਦੇਸ਼ ਕਿਉਂ ਵਰਨਾ ਕੋ ਸੱਚ ਗੁਰੂ ਗ੍ਰੰਥ ਸਾਹਿਬ ਨੇ ਛੱਡੇ ਤੋਂ ਇਹ ਕਹਿੰਦੇ ਸਾਰੇ ਸਾਰੇ ਜਾਂਦੇ ਉਸ ਨਾਸਾ ਦੀ ਲਾਇਬ੍ਰੇਰੀ ਦੇ ਵਿੱਚ ਸਭ ਤੋਂ ਦੀ ਮਰਜ਼ੀਆਂ ਦੇ ਉੱਤੇ ਬੜੇ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਵਾਲਾ ਸਵਾਲ ਇਹ ਸਾਡੇ ਵਾਸਤੇ ਬਹੁਤ ਵੱਡੇ ਮਾਣ ਦੀ ਗੱਲ ਹੈ, ਅਣਮੁੱਲੇ ਮਾਣ ਦੀ ਗੱਲ ਹੈ, ਇਸ ਦਾ ਮੁੱਲ ਨਹੀਂ ਦੇ ਸਕਦੇ। ਉਸ ਗੁਰੂ ਦੀ ਬਾਣੀ ਕਹਿੰਦੀ ਜੇ ਵੀ ਤੈਨੂੰ ਕਿਸੇ ਵਸਤੂ ਦੀ ਲੋੜ ਹੈ ਨਾ ਗੁਰੂ ਕੀ ਆਖ ਅਰਦਾਸ ਕਰੀ ਕਿਉਂਕਿ ਗੁਰੂ ਨੇ ਤੈਨੂੰ ਆਪ ਕਿਹਾ ਹੈ ਜੋ ਮੰਗੇ ਠਾਕੁਰ ਆਪਣੇ ਤਾਂ ਸੋਈ ਸੋਈ ਕਹਿੰਦੇ ਜੋ ਤੂੰ ਗੁਰੂ ਤੋਂ ਮੰਗੇਗਾ ਪਰ ਸ਼ਰਧਾ ਸੱਚੀ ਹੋਣੀ ਚਾਹੀਦੀ। ਇਹ ਨਹੀਂ ਖਲੋਤਾ ਤੂੰ ਇੱਥੇ ਵੇ ਧਿਆਨ ਤੇਰਾ ਘਰ ਵਿੱਚ ਨਹੀਂ ਇੱਥੇ ਮੌਜੂਦ ਰਹਿਣਾ ਪਏਗਾ ਤਨ ਕਰਕੇ ਵੀ ਤੇ ਮਨ ਕਰਕੇ ਵੀ ਸੁਰਤੀ ਕਰਕੇ ਵੀ ਇੱਥੇ ਮੌਜੂਦ ਰਹਿਣਾ ਪਵੇਗਾ ਫਿਰ ਤੇਰੀ ਅਰਦਾਸ ਪ੍ਰਵਾਨ ਹੋਵੇਗੀ। ਸਤਿਗੁਰੂ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤਾਂ ਸੋਈ ਸੋਈ ਦੇਵੈ। ਇਸ ਤਰ੍ਹਾਂ ਗੁਰਮਤਿ ਪਰਿਵਾਰ ਨੇ ਸਤਿਗੁਰ ਦੀ ਦਾਤ ਦੀ ਮੰਗ ਕੀਤੀ ਕਿਉਂਕਿ ਸਤਿਗੁਰੂ ਮਹਾਰਾਜ ਤੂੰ ਦਾਤਾ ਦਾਤਾ ਉਹ ਦਾਤਾ ਦੇਣ ਵਾਲਾ ਦਾਤਾਰ ਉਹਦੇ ਦਰ ਤੋਂ ਕੋਈ ਖਾਲੀ ਨਹੀਂ ਹੁੰਦਾ। ਕਹਿਣ ਤੋਂ ਬਾਅਦ ਭਾਵਨਾ ਸੱਚੀ ਹੋਣੀ ਚਾਹੀਦੀ ਹੈ। ਸਤਿਗੁਰੂ ਕਹਿੰਦੇ ਦਾਤਾਂ ਦੀਆਂ ਕਦੋਂ ਮਿਲਦੀਆਂ ਨੇ ਜਦੋਂ ਸਤਿਗੁਰੂ ਤਰਸ ਕਰਦੇ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਕਹਿੰਦੇ ਜਦੋਂ ਸਤਿਗੁਰੂ ਦਿਆਲ ਹੁੰਦੇ ਆ ਉਦੋਂ ਮਨੁੱਖ ਦੀ ਕੀਤੀ ਹੋਈ ਸ਼ੁਭ ਸ਼ਰਧਾ ਦੇ ਨਾਲ ਅਰਦਾਸ ਉਦੋਂ ਪੂਰੀ ਹੁੰਦੀ ਹੈ। ਫਿਰ ਸਤਿਗੁਰੂ ਤਰਵਾਸਾ ਵੀ ਦੇ ਅੰਦਰ ਕਹਿੰਦੇ ਸਤਿਗੁਰੂ ਹੋਏ ਦਿਆਲ ਨਾ ਕਰਨ ਝੂਰੀ ਹੈ ਕਹਿੰਦੇ ਉਹ ਜ਼ਿੰਦਗੀ ਦੇ ਵਿੱਚ ਤੈਨੂੰ ਝੁਰਨ ਦੀ ਕਦੇ ਲੋੜ ਨਹੀਂ ਪਈ ਕਿਉਂਕਿ ਤੈਨੂੰ ਪਾਲ ਹੋ ਗਿਆ ਤੈਨੂੰ ਚਲਾ ਹੋ ਗਿਆ ਜਿਹਨੇ ਤੈਨੂੰ ਬਿਠਾਇਆ ਹੈ ਇਹ ਮਤ ਜਾਣ ਅਸੀਂ ਇੱਥੇ ਬੈਠੇ ਆ ਉਹ ਰੱਬ ਨੇ ਤੈਨੂੰ ਬਿਠਾਇਆ ਹੈ ਪਰਮੇਸ਼ਰ ਨੇ ਤੈਨੂੰ ਇੱਥੇ ਬਿਠਾਇਆ ਹੈ। ਜੇ ਅਸੀਂ ਗੁਰਬਾਣੀ ਦਾ ਕੀਰਤਨ ਸੁਣ ਰਹੇ ਆ ਕਿ ਸਤਿਗੁਰੂ ਸਾਨੂੰ ਸੁਣਵਾ ਰਿਹਾ ਤਾਂ ਅਸੀਂ ਬੈਠੇ ਸੁਣ ਰਹੇ ਹਾਂ। ਜਿਹੜਾ ਸਾਹ ਦਮ ਦਮ ਸਦਾ ਸੰਭਾਲਦਾ ਦਮ ਨਾ ਮਿਲਦਾ ਜਾਏ ਜਨਮ ਮਰਨ ਕਾ ਭਾਉ ਗਿਆ ਜੀਵਨ ਕਹਿੰਦੇ ਦਮ ਦਮ ਦਾ ਸਾਹ ਆ ਰਿਹਾ ਦਮ ਕਹਿੰਦੇ ਨੂੰ ਦਿਨ ਲੰਘੇ ਆਮ ਨੋਰਮਲ ਭਾਸ਼ਾ ਦੇ ਵਿੱਚ ਵੀ ਦਮ ਕਹਿੰਦੇ ਨੇ ਦਮ ਚੜ੍ਹ ਕੇ ਜੇ ਭੱਜ ਕੇ ਨਹੀਂ ਕਹਿੰਦੇ ਦਮ ਚੜ੍ਹ ਕੇ ਆਪਾਂ ਸਾਹ ਕਹਿੰਦੇ ਜਿਹੜਾ ਸਾਹ ਚੱਲ ਰਿਹਾ ਇੱਕ ਇੱਕ ਸਾਹ ਦਾ ਬਣੇ ਰਿਹਾ ਤੇ ਇਹ ਸਾਹ ਐਸਾ ਹੈ ਦੁਨੀਆ ਦੀ ਤਮਾਮ ਦੌਲਤ ਢੇਰ ਲਾ ਦੋ ਇੱਕ ਸਾਹ ਮਿਲ ਨਹੀਂ ਪਾਉਂਦਾ। ਦੁਨੀਆ ਦੀ ਸਾਰੀ ਵਸਤੂ ਮਿਲ ਜਾਂਦੀ ਪਰ ਇੱਕ ਸਾਹ ਮਿਲ ਨਹੀਂ ਪਾਉਂਦਾ। ਇਸ ਕਰਕੇ ਆਪਾਂ ਇਹ ਅਣਮੁੱਲੇ ਸਾਹ ਵਾਲੇ ਇਸ ਸਤਸੰਗ ਦੀ ਘੜੀ ਵਿੱਚ ਬੈਠ ਕੇ ਗੁਰੂ ਦੇ ਲੇਖੇ ਵਿੱਚ ਲਾ ਦੇਣਾ ਤਾਂ ਜੋ ਇਹ ਸਮਾਂ ਸਾਡਾ ਅੱਜ ਦੇ ਦਿਨ ਦਾ ਸਭ ਤੋਂ ਬਹੁਮੁੱਲਾ ਅਣਮੁੱਲਾ ਤੇ ਕੀਮਤੀ ਮਿਲਦਾ। ਸਾਨੂੰ ਕਹਿੰਦੇ ਸਤਿਗੁਰੂ ਹੋਏ ਦਿਆਲ ਨਾ ਕਰ ਝੂਠੀਆਂ ਕਹਿੰਦੇ ਸਤਿਗੁਰੂ ਨੂੰ ਦਿਆਲ ਕਰ ਲੈ ਪਰ ਜ਼ਿੰਦਗੀ ਦੇ ਵਿੱਚ ਕਿਸੇ ਗੱਲਾਂ ਨੂੰ ਝੂਠ ਦੀ ਲੋੜ ਨਹੀਂ ਪਊਗੀ। ਸਤਿਗੁਰੂ ਹੋਏ ਦਿਆਲ ਕਾ ਦੁੱਖ ਨਾ ਜਾਣੀਏ ਕਹਿੰਦੇ ਸਤਿਗੁਰੂ ਤੇਰੇ ਦਿਆਲ ਹੋਏ ਤੈਨੂੰ ਕਦੇ ਦੁੱਖ ਜ਼ਿੰਦਗੀ ਵਿੱਚ ਸਤਾਵੇ ਕਰਨੀ ਅੱਗੇ ਕਹਿੰਦੇ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਵਾਲੀਏ ਲੋਕ ਕਹਿੰਦੇ ਨੇ ਜ਼ਿੰਦਗੀ ਦੇ ਹਰ ਰੰਗ ਵੇਖਣ ਦਾ ਚਾਅ ਹੈ ਸਾਨੂੰ ਚਾਹੀਦਾ ਜ਼ਿੰਦਗੀ ਦੇ ਹਰ ਖੁਸ਼ੀ ਦੇ ਰੰਗ ਵੇਖਣ ਦਾ ਚਾਅ ਹੈ ਮਨੁੱਖ ਨੂੰ ਰੰਗ ਵੇਖਣ ਦਾ ਚਾਅ ਹੈ ਪਰ ਦੂਸਰਾ ਨੂੰ ਚੇਤਾ ਰੱਖਿਓ ਮਨੁੱਖ ਕਿਹੜੇ ਰੰਗ ਵੇਖਣ ਦਾ ਚਾਅ ਰੱਖਦਾ ਸਦਾ ਖੁਸ਼ੀ ਦੇ ਦੁੱਖ ਦੇ ਨੂੰ ਸਾਨੂੰ ਕਹਿੰਦੇ ਦੁੱਖ ਸੁੱਖ ਮੰਗੈ ਦੁੱਖ ਆਗੈ ਆ ਮਨੁੱਖ ਨੂੰ ਚਾਅ ਕੀ ਹੈ ਕੇਵਲ ਖੁਸ਼ੀ ਦੇ ਰੰਗ ਵੇਖਣ ਦਾ ਸਾਨੂੰ ਕਹਿੰਦੇ ਤੂੰ ਮਿਲਦੇ ਪਤਾ ਤੇਰੇ ਨਾਲ ਜਦੋਂ ਗੁਰੂ ਦੀ ਸੇਵਾ ਕਰੇਗਾ ਗੁਰੂ ਦਾ ਚੇਤਾ ਹਰ ਵੇਲੇ ਆਪਣੇ ਚਿੱਤ ਦੇ ਵਿੱਚ ਰੱਖੀ ਹੋਇਆ ਗੁਰੂ ਨੂੰ ਸਦਾ ਨਾਲ ਅੰਗ ਸੰਗ ਆਪਣੇ ਨਾਲ ਜਾਣਾ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਕੀ ਕਰ ਸਿਮਰ ਸਿਮਰ ਤੇ ਸਦਾ ਸੰਭਾਲੇ ਦਾ ਅਰਥ ਸਾਧ ਕਹਿੰਦੇ ਉਹਦੇ ਨਾਮ ਨੂੰ ਸਾਧ ਜਿਵੇਂ ਦੁਨੀਆ ਦੀ ਦੌਲਤ ਨੂੰ ਮਾਇਆ ਨੂੰ ਕਿਵੇਂ ਸਾਧ ਰੱਖੀ ਜਾ ਤਿਜੋਰੀਆਂ ਵਿੱਚ ਕਹਿੰਦੇ ਉਹ ਧਨ ਵੀ ਇੱਕ ਦਿਨ ਛੱਡ ਜਾਏਗਾ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਕਹਿੰਦੇ ਅਖੁੱਟ ਧਨ ਪਤਾ ਕਿਹੜਾ ਨਾਮ ਦਾ
जिन्ना मर्जी कमाई जा, कदे खत्म नहीं होगा। खर्ची जा सिमरन करके, इन्हें फिर भी वाधा जाना, इन्हें खत्म नहीं होना। दुनिया का धन भावें कोठे भर लै, एक बार खर्चना शुरू कर दे तो दिन खाली हो जाएगा। साधु कहते नाम के नाल जुड़ो, ये सारे रंगां दा सुख चाहना चाहते हो, माणना चाहते हो। सतगुर होए दयाल दा हर रंग माणिए, सतगुर होए दयाल दा जम का डर गया, कहते जम का डर भी कदे नहीं सताया। सतगुर होए दयाल दा सद ही सुख देहा, कहते सतगुर ने दयाल कर लै जो सदा सुखां दी चाहना रखते ना, सतगुर दयाल कर। फिर कहते सतगुर होए दयाल दा नव नित पाई। रुख जीवन में यही लोड़दा ना, मेरे को धन दौलत मैनूं किसी का मुथाज ना होना, यही चाहता ना। तो सतगुर कहते गुरु की गोद में भी कुछ मिलना है, पर उन्होंने अपने ते दयाल करना पड़ेगा। पहला वह बनना पेगा, तू वह बन जा, फिर तेरा बन जाएगा। फिर कहते सतगुर होए दयाल दा नाम ने तो दुनिया जे कहते ब्रह्म बिंदा तिसदा ब्रह्मत रहा। तीसरे पातशाह गुरु अमरदास महाराज जी बाणी में होता कहते ब्रह्म बिंदा तिसदा ब्रह्मत रहा। ब्रह्म बिंदा का भाव होता ब्रह्म को चेतना, वह सिमरन करना, वह चेता रखना। तिसदा ब्रह्मत रहा, कहते जिहड़ा प्राणी रोज रब नूं चेते करदा ना, कहते उसकी मत ब्राह्मण वाली रहती है। हुण इत्थे अर्थ क्लीयर कर दिए, ब्राह्मण वो नहीं जिहड़े भगवे कपड़े पा के बाहर बन के दुनिया में फिरदे नहीं। सतगुर कहते सो पंडित जो ब्रह्म विचारा है। ब्रह्म के इत्थे अर्थ जिहड़ा रब दे घर की नॉलेज रखदा, जिहड़ा रब नूं सदा सिमरदा, उहनूं सतगुर जी ने पंडित भी कहा, उहनूं ब्राह्मण भी कहा। सो ब्राह्मण पूजण जो कहते किहड़ा जिहड़ा ब्रह्म का ज्ञान रखदा, जिहड़ा ब्रह्म की सोची रखदा, वो ब्राह्मे ते ब्राह्मण है, वो पंडित है। ना कि दुनिया के आप पंडित पंडित होर किसी ने नहीं किया, पंडित सतगुरु जी ने उन्होंने किया है। सो पंडित जो ब्रह्म विचार है, जिहड़ा ब्रह्म की विचार करना काल परमेश्वर जी, वो पंडित है। सतगुरु कहते हर ब्रह्म बिंदा तेता ब्रह्मत रहा, एक शब्द लिवलाए। कहते को शब्द गुरु के नाल साडा शब्द गुरु, शब्द गुरु सुरत धुन चेला। जो गुरुस्वार सिद्धां दे नाल गोष्ट होता धन गुरु नानक साहब महाराज जी का, तां सिद्धां ने सवाल किया, गुरु नानक नूं आख्या हे बाले तेरा किहड़ा गुरु है जिहदे कोलों तूं समत लेना करदा ते किहदा तू चेला है? ते धन गुरु नानक ने आख्या शब्द गुरु सुरत, जिन्होंने आप टका कहने सुरती का ध्यान लाना कहते हो मेरा चेला। शब्द मेरा गुरु है, तो वो जो मैं सुरती जोड़दा तो मैं चेला बन जाऊँगा। आ आंसर दिता से धन गुरु नानक महाराज। यही आंसर साढ़े सारे वास्ते, साडा सारा का गुरु शब्द है धन गुरु ग्रंथ साहिब महाराज। वो सुरती जान के जोड़ के वह चेला बनता है। तो सतगुर कहते ब्रह्म बिंदा तेता ब्रह्मत रहा, एक शब्द लिव लाए। जिहड़े दुनिया की दौड़ पिछे तो तू भजदा ना, और दौड़ तो कहते तेरे पिछे भजी आएगी। गल को चार की कहते सतगुर की पंक्ति पूरी करिए। ब्रह्म बिंदा तेता ब्रह्मत रहा, एक शब्द लिव लाए। कहते नव निधि 18 सिद्धि पिछे लगिया फिर किना दे जो हर हिरदा सदा वसाए। कहते उन्होंने पिछे दुनिया की दौड़त नव निधि रिद्धि सिद्धि इदा भजिया फिरदियां ने, जिन्होंने हिरदे दे विच रब नूं सदा चेते करदे आ, सदा सारे दिन दे विच ओहदे वास्ते समा कढदे ने, चौंकड़ा ला के दा सिमरन गुरु करदे। सो सारे सतगुरु महाराज कहते सतगुरु होए दयाल तां सच सवाई। सतगुरु दयाल करिए जप सारे सुखां दी चाहना करना। सतगुरु कहते सर्व सुखां का दाता सतगुर की कर कहते ताकि शरणी पाई। दर्शन भेटत होत आनंदा, दुख गया धन गाई। कहते सारे सुखां का दाता तो एक ही है सतगुरु। इतने सतगुर की डेफिनेशन है सत, सत सदा रहने वाला, गुर सदा रहने वाला कहते एक ही गुर, जिहड़ा जन्म मरण के नहीं होता। होर दुनिया के विच सदा कायम रहने वाला कुछ है ही नहीं। गुरु सारू विचार तो बहुत लंबी हो जाएगी। गुरु घर की विचार ही सारी जिंदगी करते रहिए, जिंदगी मुक जाती विचार नहीं होती। गुरु ग्रंथ साहिब महाराज ने सब तो पहले जो शुरू किया
एक ओंकार सतनाम करता पुरख निरभओ निर्वैर अकाल मूरत अजूनी सैभंग गुर प्रसाद। ये समझना कि सत गुर कहते एक ओंकार अकाल पुरख वाहिगुरू इको ही नाम के बहुत दुनिया में नाम के बहुत कोई राम कहता कोई रहीम कहता कोई अल्लाह कहता कोई मौला कहता कोई राम आप वाहिगुरू कहते रब कहते गुरु कहते पर है तो कोई गुरु नानक साहब ने गुरु ग्रंथ साहब महाराज की रचना की थी ना गुरु अर्जुन देव महाराज जी लिखा एक ओंकार फिर लिखा सतनाम कहते काल इको ही है ते सदा कायम रहने वाला भी वही है सतनाम। फिर आख्या करता पुरख ये दुनिया का करता सरता वो काल पुरख वाहिगुरू आप ही होर कोई नहीं। पुरख कहते इस संसार में पुरख एक ही है काल पुरख वाहिगुरू पति ते दुनिया में जिन्ने जीव हैं सारी आत्मा पुरुष इस्त्रियां साडा सारा पुरख कोई करता पुरख। फिर कहते निरभाओ कहते निरभाओ उन्होंने किसी का डर नहीं निरभाओ उन्होंने किसी का भी डर नहीं निर्वैर चेता रखो कहते वह किसी के नाल वैर भी नहीं गज विचार वह किसी के नाल वैर भी नहीं निरभाओ निर्वैर। फिर कहते अकाल मूरत अकाल जोड़ा काल विच नहीं होता जोड़ा समय विच नहीं होता काल का अर्थ है समा जिवें टाइम हो जाए अज दिन 12 घंटे का ये काल में आ गया समय में आ गया तो वह अकाल पुरख की है गुरु नानक जी ने लिखा जप बाणी के उत्ते कहते अकाल कहते समय के नहीं होता वह समा नहीं भी इन्ने टाइम बाद इन्ने घंटे बाद उन्हें खत्म हो जाना नहीं कहते अकाल मूरत कहते वही मूरत अकाल है वो समय तो परे इस करके वो सदा रहने वाला। फिर कहते आ जूनी कहते कभी वो जूना नहीं होता ना जानता है ना मरता है वो सदा ही सुते सिद्ध प्रकाश अजूनी। तो कहते सैभंग कहते मत जानियो किसी ने उसको जन्म दिता है कहते वह प्रकाश अपने आप को ही होया सैभंग अजूनी सैभंग। फिर कहते गुर प्रसाद कहते ऐसा काल को लगता पता कदों गुर प्रसाद कहते गुर अर्थ गुरु प्रसाद का अर्थ कृपा कहते ऐसे रब की प्राप्ति होती है गुरु की कृपा के द्वारा वो कृपा के असीं पात्र बनता तो वो कृपा के पात्र किवें बनया जाता है साथ संगत आज सारे सियाणे वो सिमरन करना पड़ेगा। उदाहरण लै लीए एग्जाम्पल लै लीए दुनिया भी किसी बॉस को आप लगना होगा चंगी चंगे उहदे उस बॉस का सानू सत्कार करना पड़ेगा वो रिलेशन चंगा बनाना पड़ेगा प्रेम सत्कार बनाना पड़ेगा तो वो सानू उच्चा अहुदा बनेगा यही होता तो गुरु की कहते गुरु के नाल प्रीत बना कहते जो मर्जी ले लो घर की नहीं साचे साहिबा क्या नाही घर तेरा बाणियां पकड़ते हैं आनंद साहब ने कहते साचे साहिबा क्या नाही घर तेरा कहते सतगुरु केड़ी वस्ते जिहड़ी तेरे घर नहीं है क्या नाही घर तेरा घर दा तेरा सब कुछ है कहते सारा कुछ तेरे घर विच हैगा पर मिलता किंदा नूं कहते जिस तू दे कहते जिन्होंने देना है ना उन्होंने प्राप्त होती वो लेंदे किहड़े ने जिहड़े सदा उहदा सिमरन करदे जिहड़े सदा उहदा शुकराना करते हैं रोज़ दुनिया के कामों के नाल सब तो पहला उहदा ध्यान रखते हैं कि मैं अज रब दा सिमरन नहीं किया तो करना अज का दिन मेरा खाली लग गया शासन के चेता सानू रखना चाहिए ये तो दुनिया का चेता रखना ना दुनिया के कामों का फलाना काम करना फलानी थां ते जाना है उहदे नाल लैण देण करना है कि इदा कभी चेता असीं ये रखा भी अज सिमरन नहीं किया सारे दिन वो समा मेरा खुल गया कभी चेता किया जो आ चेता रह जाएगा ना गुरु सवारियो फिर रब तुहानूं दूर महसूस नहीं होगा फिर तुहानूं इदा लगेगा मैं आ गल की कि सतगुरु ने पूरी कर दी है गल की चार सतगुरु महाराज कहते सतगुरु होए दयाल तो सारी ही सुख देहा कहते इधर सतगुरु जी को दयाल करो
ਉਹਦਾ ਤਰਸ ਪ੍ਰਾਪਤ ਕਰੀ, ਉਹਦਾ ਤਰਸ ਹੋਣਾ। ਸੋ ਆਓ ਗੁਰਬਾਣੀ ਸ਼ਬਦ ਦਾ ਗ੍ਰਹਿਣ ਕਰੀਏ। ਪਰਿਵਾਰ ਨੂੰ ਹੁਕਮ ਹੋਇਆ ਸੀ ਕਿ ਸ਼ਬਦ ਪੰਨਾ ਦੀ ਲੱਖ ਖੁਸ਼ੀਆਂ ਪਾਤਸ਼ਾਹ ਜੇ ਸਾਨੂੰ ਮਦਦ ਕਰੇ। ਬੜੀ ਗੱਲ ਕਰਕੇ ਨਹੀਂ ਨਾ ਕਹਿੰਦੇ ਉਹਦੇ ਘਰ ਵਿੱਚ ਲੱਖਾਂ ਦੀ ਖੁਸ਼ੀਆਂ ਦੇ ਵਿੱਚ, ਲੱਖਾਂ ਦੀ ਗਿਣਤੀ ਵਿੱਚ ਖੁਸ਼ੀਆਂ ਨੇ, ਪਾਤਸ਼ਾਹੀਆਂ ਨੇ। ਦੁਨੀਆ ਜਿੰਨੇ ਮਰਜ਼ੀ ਵੱਡੀ ਲੀਡਰ ਲੱਗ ਜਾਈਏ, ਪਰ ਉਹਨਾਂ ਦੇ ਉੱਤੇ ਵੀ ਇੱਕ ਡਰ ਹੈ, ਉਹਨਾਂ ਤੋਂ ਵੀ ਵੱਡਾ ਬੌਸ ਹੈ, ਪਰ ਰੱਬ ਉਹਦੇ ਉੱਤੇ ਕੋਈ ਨਹੀਂ। ਉਹ ਆਪ ਕਹਿੰਦੇ ਤੂੰ ਸਿੱਧਾ ਹੈੱਡ ਆਫਿਸ ਦੇ ਨਾਲ ਹੀ ਜੁੜ ਜਾ, ਬਾਕੀ ਦੇ ਸਾਰੇ ਤੇਰੇ ਹੀ ਆ ਗਏ। ਇੱਕ ਫੋਰ ਐਗਜ਼ਾਮਪਲ ਸਮਝਣ ਵਾਸਤੇ ਸਿੱਧਾ ਜੇ ਆਪਾਂ ਵੱਡੇ ਘਰ ਦੇ ਨਾਲ ਹੀ ਜੁੜ ਜਾਈਏ ਤੇ ਗੁਰਸਵਾਰ ਨੂੰ ਥੱਲੇ ਨਾਲ ਜੁੜਨ ਦੀ ਕੀ ਲੋੜ ਪਈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਹਦੇ ਘਰ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਖੁਸ਼ੀਆਂ ਨੇ, ਦਾਤਾਂ ਨੇ, ਦੁਨੀਆ ਦੀਆਂ ਪਾਤਸ਼ਾਹੀਆਂ ਨੇ, ਪਰ ਕਦੋਂ ਜੇ ਸਤਿਗੁਰ ਨਦਰ ਕਰੇ, ਸਤਿਗੁਰ ਦੀ ਨਦਰ ਲੈਣੀ ਹੈ। ਆਓ